अस्सलाम वालेकुम या साहिबुल असर व ज़मान। गैरत ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਸੁਣਿਆ ਮੈਂ ਜਿਹੜੇ ਲੋਕ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਕਾਤਲਾਂ ਨੂੰ ਹੱਕ ਮੰਨਦੇ ਨੇ, ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨੂੰ ਅਮਲੀ ਤੌਰ 'ਤੇ ਛੱਡ ਚੁੱਕੇ ਨੇ, ਮੌਲਾ ਅਲੀ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨੂੰ ਪੀਰ ਮੁਰਸ਼ਿਦ ਮੰਨਦੇ ਨੇ, ਜਿਹੜੇ ਲੋਕ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਗਮੀ ਦਾ ਵੀ ਨਹੀਂ ਪਤਾ ਅਤੇ ਖੁਸ਼ੀ ਦਾ ਵੀ ਨਹੀਂ ਪਤਾ, ਇਹਨਾਂ ਦੀ ਗਮੀਆਂ ਕਦੋਂ ਤੇ ਇਹਨਾਂ ਦੀ ਖੁਸ਼ੀਆਂ ਕਦੋਂ, ਇਹ ਵੀ ਕੋਈ ਪਤਾ ਹੀ ਨਹੀਂ ਉਹਨਾਂ ਨੂੰ, ਜਿਨ੍ਹਾਂ ਦੀਆਂ ਸਾਰੀਆਂ ਇਬਾਦਤਾਂ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਖਿਲਾਫ ਨੇ ਜੀ। ਉਹ ਲੋਕ ਪਤਾ ਕੀ ਕਹਿੰਦੇ ਨੇ ਉਹਨਾਂ ਨੂੰ ਪਹਿਲਾਂ ਕਿਹਨਾਂ ਨੂੰ ਕਹਿੰਦੇ ਨੇ, ਉਹ ਉਹਨਾਂ ਨੂੰ ਕਹਿੰਦੇ ਨੇ ਜੋ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨੂੰ ਬੇਨਕਾਬ ਕਰਦੇ ਨੇ ਅਤੇ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਦੇ ਨੇ। ਉਹਨਾਂ ਨੂੰ ਕਹਿੰਦੇ ਨੇ, ਕੀ ਕਹਿੰਦੇ ਨੇ ਮੈਂ ਦੱਸਦਾ। ਜਿਹੜੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੋਸਤਾਂ ਨੂੰ ਦੋਸਤ ਸਮਝਦੇ ਨੇ, ਉਹਨਾਂ ਦੀ ਖੁਸ਼ੀ ਵਿੱਚ ਖੁਸ਼ੀ ਕਰਦੇ ਨੇ, ਉਹਨਾਂ ਦੇ ਗਮ ਦੇ ਵਿੱਚ ਗਮਗੀਨ ਹੁੰਦੇ ਨੇ, ਅਤੇ ਉਹਨਾਂ ਦਾ ਸਾਰਾ ਦੀਨ ਜਿਹੜਾ ਹੈ ਨਾ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਤੋਂ ਲਿਆ ਹੋਇਆ। ਉਹਨਾਂ ਨੂੰ ਨਾ ਇਹ ਲੋਕ ਪਤਾ ਕੀ ਕਹਿੰਦੇ ਨੇ, ਉਹ ਕਾਫਰ ਨੇ। ਕਹਿੰਦੇ ਨੇ ਗੈਰ ਮਜ਼ਹਬ ਨਾਲ ਖਾ ਲਓ ਪਰ ਉਹਦੇ ਨਾਲ ਨਾ ਖਾਓ, ਉਹਨੂੰ ਬਦਕਿਸਮਤੀ ਨਾਲ ਸ਼ੀਆ ਕਿਹਾ ਜਾਂਦਾ। ਦੱਸ, ਉਹਦਾ ਨਾਂ ਹੀ ਐਡਾ ਬੁਰਾ ਹੈ, ਸ਼ੀਆ ਨਾਂ ਹੀ ਐਡਾ ਬੁਰਾ ਕਰ ਦਿੱਤਾ ਹੈ, ਉਹ ਗਾਲ ਦੇ ਮੁਤਰਾਤਫ ਕਰ ਦਿੱਤਾ ਹੈ। ਹਾਲਾਂਕਿ ਉਹਨਾਂ ਦਾ ਕਸੂਰ ਕੀ ਹੈ, ਉਹ ਆਲੇ ਰਸੂਲ ਨਾਲ ਪਿਆਰ ਕਰਦੇ ਨੇ, ਦੀਨ ਉਹਨਾਂ ਕੋਲ ਲੈਂਦੇ ਨੇ, ਉਹਨਾਂ ਦੁਸ਼ਮਣ ਸਮਝਦੇ। ਕਸੂਰ ਇਹ ਆ ਅਤੇ ਨਾ ਉਹਨਾਂ ਦਾ ਸ਼ੀਆ ਪੈ ਗਿਆ। ਠੀਕ, ਕਹਿੰਦੇ ਨੇ ਸ਼ੀਆ ਕਾਫਰ ਹੈ। ਫਿਰ ਕਹਿੰਦੇ ਨੇ ਸ਼ੀਆ ਦੀ ਮਹਿਫਲਾਂ ਦਾ ਜਿਹੜਾ ਖਾਣਾ ਹੁੰਦਾ, ਜਿਹੜਾ ਲੰਗਰ ਹੁੰਦਾ, ਉਹ ਨਾ ਖਾਓ। ਠੀਕ ਹੈ, ਖਾਣਾ ਹਰਾਮ ਹੈ। ਠੀਕ ਹੈ, ਫਿਰ ਉਹਨਾਂ ਨਾਲ ਉਹ ਰਿਸ਼ਤੇਦਾਰੀ ਵੀ ਕਾਇਮ ਨਹੀਂ ਕਰਦੇ। ਉਹ ਕਹਿੰਦੇ ਨਹੀਂ, ਇਹ ਤਾਂ ਵਾਜਿਬੁਲ ਕਤਲ ਨੇ। ਉਹ ਇੰਨੀ ਨਫ਼ਰਤ ਕਰਦੇ ਨੇ। ਠੀਕ, ਨਫ਼ਰਤ ਦੀ ਹੱਦ ਤੱਕ ਨਫ਼ਰਤ ਕਰਦੇ ਨੇ, ਇੱਥੋਂ ਤੱਕ ਨਫ਼ਰਤ ਕਰਦੇ ਨੇ। ਅਸਲ ਦੇ ਵਿੱਚ ਉਹਨਾਂ ਨੂੰ ਨਫ਼ਰਤ ਪਹਿਲੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨਾਲ ਹੀ, ਅਤੇ ਜਿਹੜਾ ਉਹਨਾਂ ਦਾ ਹਾਮੀ ਹੈ ਉਹਨਾਂ ਨੂੰ ਉਹਦੇ ਨਾਲ ਵੀ ਨਫ਼ਰਤ ਹੈ। ਪਰ ਪਤਾ ਨਹੀਂ ਇਹਨਾਂ ਸ਼ੀਆਂ ਨੂੰ ਕੀ ਹੋਇਆ, ਇਹਨਾਂ ਦੀ ਗੈਰਤ ਕਿੱਥੇ ਗਵਾਚ ਗਈ ਹੈ, ਮੈਨੂੰ ਸਮਝ ਨਹੀਂ ਆਈ ਇਹਨਾਂ ਦੀ। ਹਾਲਾਂਕਿ ਵੈਸੇ ਮੈਂ ਸ਼ੀਆ ਨਹੀਂ ਹੈਗਾ, ਅਤੇ ਸਾਡੇ ਵੱਡੇ ਸਾਰੇ ਆਲੇ ਸੁਨਨਤ ਨੇ, ਮੈਂ ਤਾਂ ਹਾਲੇ ਤਹਿਕੀਕ ਕਰਨ ਦੇ ਆ। ਪਰ ਇੱਕ ਇਹਨਾਂ ਦੀ ਜਿਹੜੀ ਮੈਨੂੰ ਗੱਲ ਅੱਛੀ ਲੱਗਦੀ ਸ਼ੀਆਂ ਦੀ, ਉਹ ਇਹ ਲੱਗਦੀ ਹੈ ਕਿ ਉਹ ਇਸ ਚੀਜ਼ ਦੇ ਉੱਤੇ ਕਾਇਲ ਨੇ, ਇਹ ਦੀਨ ਉਹਨਾਂ ਕੋਲ ਲੈਂਦੇ ਨੇ, ਇਹ ਉਹਨਾਂ ਦੀ ਖੁਸ਼ੀ ਅਤੇ ਗਮ 'ਚ ਗਮਗੀਨ ਹੁੰਦੇ ਨੇ, ਉਹਨਾਂ ਦੇ ਦੋਸਤਾਂ ਨੂੰ ਦੋਸਤ ਅਤੇ ਦੁਸ਼ਮਣ ਨੂੰ ਦੁਸ਼ਮਣ ਸਮਝਦੇ ਨੇ। ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਲੱਗਦੀ, ਜਿਹਦੀ ਵਜ੍ਹਾ ਤੋਂ ਮੈਂ ਉਹਨਾਂ ਦੀ ਇਸ ਗੱਲ ਦੀ ਫੇਵਰ ਕਰ ਰਿਹਾ। ਇਹ ਉਹਨਾਂ ਦੀ ਕੁਰਬਾਨੀ ਦਾ ਗੋਸ਼ਤ ਵੀ ਖਾ ਜਾਂਦੇ ਨੇ, ਇਹਨਾਂ ਦਾ ਕੋਈ ਸਟੇਟਸ ਨਹੀਂ ਹੈਗਾ। ਇਹਨਾਂ ਨੂੰ ਨਹੀਂ ਪਤਾ ਜਿਹੜੇ ਯਜ਼ੀਦ ਨੂੰ ਜ਼ਿੰਦਾਬਾਦ ਕਹਿੰਦੇ ਨੇ, ਇਹ ਉਹਨਾਂ ਦੇ ਘਰੋਂ ਆਇਆ ਕੁਰਬਾਨੀ ਦਾ ਗੋਸ਼ਤ ਵੀ ਖਾ ਜਾਂਦੇ ਨੇ। ਉਹ ਤੁਹਾਡਾ ਕੋਈ ਸਟੇਟਸ ਨਹੀਂ ਹੈਗਾ, ਉਹ ਦਰਬਾਰ ਤੋਂ ਮੰਗ ਕੇ ਖਾ ਲਿਆ ਕਰੋ, ਤੁਹਾਨੂੰ ਕੋਈ ਸ਼ਰਮ ਹੀ ਨਹੀਂ ਆਉਂਦੀ। ਫਿਰ ਉਹਨਾਂ ਨਾਲ ਦਿਲੀ ਮੁਹੱਬਤ ਵੀ ਕਰਦੇ ਨੇ। ਠੀਕ ਹੈ, ਉਹਨਾਂ ਦੇ ਦਾਵਤਾਂ 'ਚ ਵੀ ਜਾਂਦੇ ਨੇ, ਉੱਥੇ ਰਿਸ਼ਤੇਦਾਰੀਆਂ ਵੀ ਕਾਇਮ ਕਰਦੇ ਨੇ। ਨਹੀਂ ਜੀ, ਹੁਣ ਸਾਡੇ ਰਿਸ਼ਤੇਦਾਰ ਨੇ, ਉਹ ਛੱਡੇ ਤਾਂ ਨਹੀਂ ਜਾ ਸਕਦੇ। ਠੀਕ ਹੈ, ਅਤੇ ਜਿਹੜੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣ ਨੇ, ਅਤੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨੂੰ ਜਿਹੜੇ ਇੱਜ਼ਤ ਕਰਦੇ ਨੇ, ਉਹਨਾਂ ਨੂੰ ਪੀਰ ਮੰਨਦੇ ਨੇ, ਉਹਨਾਂ ਨਾਲ ਰਿਸ਼ਤੇਦਾਰੀ ਕਰਦੇ ਨੇ, ਕੁੜੀ ਦਾ ਰਿਸ਼ਤਾ ਪੇਸ਼ ਕਰਦੇ ਨੇ, ਉੱਧਰੋਂ ਰਿਸ਼ਤਾ ਲੈ ਵੀ ਲੈਂਦੇ ਨੇ। ਠੀਕ ਹੈ, ਯਾਨੀ ਕਿ ਕੋਈ ਮਿਆਰ ਹੀ ਨਹੀਂ ਇਹਨਾਂ ਦਾ। ਠੀਕ ਹੈ, ਗੈਰਤ ਪਤਾ ਨਹੀਂ ਕਿੱਥੇ ਮਰ ਗਈ ਇਹਨਾਂ ਦੀ। ਅੱਛਾ, ਫਿਰ ਇੱਕ ਗੱਲ ਦੱਸੋ, ਜਿੱਥੇ ਤੁਸੀਂ ਧੀ ਦਾ ਰਿਸ਼ਤਾ ਦਿੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਕਿ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨੂੰ ਹੱਕ ਮੰਨਦੇ ਨੇ, ਉਹਨਾਂ ਨੂੰ ਜਦੋਂ ਰਿਸ਼ਤਾ ਤੁਸੀਂ ਦਿੰਦੇ ਹੋ ਅਤੇ ਉਹਦੇ ਦੁਸ਼ਮਣ ਹੋਏ ਨਾ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ। ਫਿਰ ਕਿਉਂਕਿ ਦੋਸਤ ਦਾ ਦੋਸਤ ਹੁੰਦਾ ਹੈ, ਅਤੇ ਦੋਸਤ ਦਾ ਦੁਸ਼ਮਣ ਜਿਹੜਾ ਉਹ ਤੁਹਾਡਾ ਵੀ ਦੁਸ਼ਮਣ ਹੈ। ਲੇਕਿਨ ਅਗਰ ਤੁਸੀਂ ਆਪਣੇ ਦੋਸਤ ਦੇ ਦੁਸ਼ਮਣ ਨਾਲ ਦੋਸਤੀ ਕਰ ਰਹੇ ਹੋ, ਤਾਂ ਅਸਲ ਵਿੱਚ ਤੁਸੀਂ ਆਪਣੇ ਦੋਸਤ ਨਾਲ ਵੀ ਦੁਸ਼ਮਣੀ ਕਰ ਰਹੇ ਹੋ। ਹੁਣ ਗੱਲ ਇਹ ਹੈ, ਜਦੋਂ ਤੁਸੀਂ ਉਹਨਾਂ ਨੂੰ ਰਿਸ਼ਤਾ ਦੇ ਦਿੱਤਾ, ਉਹ ਜਿਹੜੇ ਤੁਹਾਡੇ ਪੋਤਰੇ ਹੋਏ, ਪੋਤਰੀਆਂ ਹੋਈਆਂ, ਜਾਂ ਦੋਤੇ ਦੋਤੀਆਂ ਹੋਈਆਂ, ਨਵਾਸੀਆਂ ਹੋਈਆਂ, ਜਦੋਂ ਤੁਸੀਂ ਕਹਿੰਦੇ ਹੋ ਨਾ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ 'ਤੇ ਲਾਨਤ, ਤੁਸੀਂ ਕਰਦੇ ਹੋ ਨਾ ਲਾਨਤ, ਤਾਂ ਸੋਚੋ ਉਹ ਲਾਨਤ ਤੁਹਾਡੇ ਆਪਣੇ ਪੋਤਰਿਆਂ ਅਤੇ ਨਵਾਸੀਆਂ 'ਤੇ ਜਾ ਰਹੀ ਹੈ ਕਿ ਨਹੀਂ ਜਾ ਰਹੀ? ਤੁਹਾਡੇ ਆਪਣੇ ਜਵਾਈਆਂ 'ਤੇ ਜਾ ਰਹੀ ਹੈ। ਠੀਕ ਹੈ, ਆਪਣੇ ਖਾਨਦਾਨ ਤੁਹਾਡੇ 'ਤੇ ਜਾ ਰਹੀ ਹੈ। ਠੀਕ, ਕੋਈ ਰਿਸ਼ਤਾ ਦੇਣ ਲੱਗਿਆ ਕੋਈ ਨਹੀਂ ਸੋਚਦੇ ਤੁਸੀਂ, ਤੁਹਾਡਾ ਇੰਨਾ ਮਿਆਰ ਡਿੱਗ ਪਿਆ, ਤੁਹਾਡੀ ਸਮਝ ਨਹੀਂ ਆਉਂਦੀ ਕਿ ਗੈਰਤ ਚਲੀ ਕਿੱਥੇ ਗਈ ਤੁਹਾਡੀ। ਠੀਕ, ਇੰਨੀਆਂ ਚੂੜੀਆਂ ਪਾਈਆਂ ਤੁਹਾਨੂੰ, ਕੋਈ ਵੀ ਆ ਕੇ ਮਾਰ ਜਾਂਦਾ, ਕੁੱਟ ਜਾਂਦਾ, ਤੁਹਾਡੇ ਐਡੀ ਗੈਰਤ ਮਰੀ ਹੋਈ ਤੁਹਾਡੀ, ਤੁਹਾਨੂੰ ਪਰਵਾਹ ਹੀ ਕੋਈ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕਿ ਤੁਹਾਡਾ ਸਟੇਟਸ ਕੀ ਹੈ। ਠੀਕ ਹੈ, ਫਿਰ ਕਿਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਰਿਸ਼ਤੇਦਾਰੀ ਨਹੀਂ ਛੱਡ ਸਕਦੇ ਮੌਲਾ ਮਾਲਕ ਦੀ ਖਾਤਰ, ਆਲੇ ਰਸੂਲ ਦੀ ਖਾਤਰ। ਤੁਸੀਂ ਹੋਰ ਦਾਅਵੇ ਤੁਸੀਂ ਕੀ ਕਰਨੇ, ਤੁਸੀਂ ਰਿਸ਼ਤੇਦਾਰੀ ਵੀ ਉੱਥੇ ਕਾਇਮ ਕੀਤੇ ਜਾਂਦੇ ਹੋ, ਤੁਸੀਂ ਕਾਰੋਬਾਰ ਵੀ ਉੱਥੇ ਕੀਤੇ ਜਾਂਦੇ ਹੋ, ਸਭ ਕੁਛ ਕੀਤੀ ਜਾਂਦੇ ਹੋ, ਪਰ ਉਹ ਐਡੇ ਬਗੈਰਤ ਹੋ ਕੇ ਉਹਨਾਂ 'ਚ ਇੰਨੀ ਗੈਰਤ ਆ ਗਈ ਕਿ ਉਹ ਕਹਿੰਦੇ ਨੇ ਇਹਨਾਂ ਨਾਲ ਖਾਣਾ ਨਹੀਂ ਖਾਣਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ। ਪਰ ਤੁਹਾਡੇ ਵਿੱਚ ਕੋਈ ਗੈਰਤ ਨਾਂ ਦੀ ਸ਼ੈ ਨਹੀਂ ਰਹਿ ਗਈ, ਤਾਂ ਹੀ ਤੁਹਾਡੇ ਦੇ ਉੱਤੇ ਲੋਕ ਜਿਹੜੇ ਨਾ ਹੈਵੀ ਹੋ ਗਏ ਨੇ।
ਤੇ ਜਿਹੜੇ ਲੋਕ ਮੈਨੂੰ ਸਵਾਲ ਕਰਦੇ ਨੇ ਇੱਕ ਛੋਟੇ ਮੋਟੇ ਸਵਾਲ ਤੋਂ ਮੁਰਾਦ ਜਿਹੜੇ ਫਿਕਾ ਵਗੈਰਾ ਦੇ ਸਵਾਲ ਨੇ ਨਾ, ਜਿਹੜੇ ਆ ਲੜਾਈਆਂ ਝਗੜੇ ਵਾਲੇ, ਇਹ ਮਿਹਰਬਾਨੀ ਮੈਨੂੰ ਨਾ ਕਰਿਆ ਕਰੋ। ਮੇਰੀ ਇਹ ਬਹਿਸ ਨਹੀਂ ਹੈਗੀ। ਇਹ ਹਸਨ ਅੱਲਾ ਯਾਰੀ ਤੁਹਾਡੇ ਵਾਸਤੇ ਛੱਡਿਆ, ਮੁਹੰਮਦ ਅਲੀ ਇੰਜੀਨੀਅਰ ਤੁਹਾਡੇ ਵਾਸਤੇ ਮੌਜੂਦ ਹੈ, ਮੌਲਾਨਾ ਇਸਾਕ ਤੁਹਾਡੇ ਵਾਸਤੇ ਮੌਜੂਦ ਹੈ, ਸੈयद ਤैयब ਇਹ ਅਹਿਲੇ ਸੁन्नत ਆਲਮ ਹੈ, ਯਾਸੀਨ ਕਾਦਰੀ ਇਹ ਵੀ ਅਹਿਲੇ ਸੁन्नत ਆਲਮ ਹੈ। ਇਹ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਮੈਂ ਛੱਡੇ ਹੋਏ ਨੇ। ਉਹ ਇਹ ਸਵਾਲ ਉਹਨਾਂ ਨੂੰ ਕਰਿਆ ਕਰੋ, ਮੈਨੂੰ ਕਿਉਂ ਨਵੇਂ ਸਿਰੇ ਤੋਂ ਤੁਸੀਂ ਖ਼ਰਾਬ ਕਰ ਦਿਓ। ਮੇਰੀ ਇਹ ਬਹਿਸ ਨਹੀਂ ਹੈਗੀ। ਮੇਰੇ ਕੋਲ ਉਹ ਸਵਾਲ ਪੁੱਛੋ ਜਿਹੜੀ ਤੁਹਾਨੂੰ ਉਹਨਾਂ ਕੋਲ ਵੀ ਨਾ ਮਿਲੇ ਨਾ, ਫਿਰ ਮੇਰੇ ਕੋਲ ਪੁੱਛ ਲੈਣਾ, ਫਿਰ ਉਹ ਵੀ ਮੈਂ ਆਪਣੇ ਉਸਤਾਦ ਮੁਰਸ਼ਿਦ ਕੋਲ ਪੁੱਛ ਕੇ ਦੱਸ ਦੇਵਾਂਗਾ। ਮੈਨੂੰ ਨਹੀਂ ਵੈਸੇ ਇੰਨਾ ਪਤਾ, ਮੈਂ ਇੰਨਾ ਪੜ੍ਹਿਆ ਲਿਖਿਆ ਨਹੀਂ। ਇਹਨਾਂ ਸਵਾਲਾਂ ਵਾਸਤੇ ਤੁਹਾਨੂੰ ਜਦੋਂ ਬੰਦੇ ਦਿੱਤੇ ਜੋ ਹੋਏ ਤਾਂ ਉਹਨਾਂ ਨੂੰ ਪੁੱਛੋ, ਮਰੋ ਜਾ ਕੇ। ਐਵੇਂ ਤੁਸੀਂ ਹਰ ਬੰਦੇ ਨਾਲ ਨਵੀਂ ਬਹਿਸ ਕਰ ਦਿਓ। ਉਹ ਫਿਰ ਤੁਹਾਨੂੰ ਕਿਤਾਬਾਂ 'ਚੋਂ ਖੋਲ੍ਹ ਕੇ ਦੱਸੇ ਅਤੇ ਪੂਰਾ ਮਸਾਲਾ ਲਾ ਕੇ ਦੱਸੇ ਕਿ ਕਿਹੜੀ ਗੱਲ ਕਿਵੇਂ ਹੈ। ਅਤੇ ਮੈਨੂੰ ਤੁਸੀਂ ਪੁੱਛਦੇ ਹੋ ਤਾਂ ਮੈਨੂੰ ਨਾ ਪੁੱਛਿਆ ਕਰੋ, ਉਹਦੇ ਨਾਲ ਗੱਲ ਕਰੋ। ਮੈਂ ਤਾਂ ਤੁਹਾਨੂੰ ਦੱਸਿਆ ਜਾਹਿਲ ਜਿਹਾ ਬੰਦਾ, ਮੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ। ਮੈਂ ਤਾਂ ਇੰਨੀ ਜਾਣਦਾ ਜਿਹੜੀ ਮੈਂ ਗੱਲ ਕੀਤੀ, ਮੈਂ ਤਾਂ ਇਹਦਾ ਜਵਾਬ ਦਿਆਂ, ਠੀਕ ਹੈ। ਅਤੇ ਬਾਕੀ ਇਹ ਹੈ ਕਿ ਉਹਨਾਂ ਨਾਲ ਬਹਿਸ ਨਾ ਕਰਿਆ ਕਰੋ। ਮੈਂ ਆਪਣੇ ਵਾਸਤੇ ਗੱਲ ਕਰ ਰਿਹਾ ਕਿ ਬਹਿਸ ਨਾ ਕਰੋ ਜਿਹੜੇ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਮੁਹੱਬਤ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਜਿਹੜੀਆਂ ਕਿਤਾਬਾਂ ਪੜ੍ਹੀਆਂ ਨਾ, ਉਹਨਾਂ ਵਿੱਚ ਇੰਨਾ ਉਹਨਾਂ ਕੀ ਕਹਿੰਦੇ ਨੇ, ਉਹ ਆਉਂਦੇ ਨੇ ਜੋ ਛੱਡਣੀ ਹੋਵੇ ਨਾ ਤਾਂ ਫਿਰ ਦਿਲ ਖੋਲ੍ਹ ਕੇ ਛੱਡੀ ਦੀ। ਉਹ ਆਉਂਦੇ ਨੇ ਜੋ ਖਿਆਲੀ ਪਲਾ ਪਕਾਉਣਾ ਅਤੇ ਫਿਰ ਘਿਓ ਘੱਟ ਪਾਉਣਾ। ਉਹ ਇਸ ਹੁੰਦਾ, ਉਹਦਾ ਹਿਸਾਬ ਇਹ ਹੈਗਾ ਕਿ ਉਹ ਲੋਕ ਉਹਨਾਂ ਨੇ ਇੰਨੀਆਂ ਗੱਲਾਂ ਘੜੀਆਂ ਹੋਈਆਂ ਨੇ, ਉਹਨਾਂ ਨੂੰ ਪੱਕੇ ਹੋਏ ਪਏ ਨੇ ਉੱਥੇ, ਅਤੇ ਤੁਸੀਂ ਉਹਨਾਂ ਲੋਕਾਂ ਨੂੰ ਸਮਝਾਉਂਦੇ ਹੋ। ਘੱਟੋ ਘੱਟ ਜਿਹਨੂੰ ਸਮਝਾਉਣਾ ਹੋਵੇ ਨਾ, ਤੁਸੀਂ ਆਪਣੇ ਕਿਸੇ ਦੋਸਤ ਨੂੰ, ਯਾਰ ਨੂੰ, ਬੇਲੀ ਨੂੰ, ਕੋਈ ਇਨਸਾਫ ਪਸੰਦ ਬੰਦਾ ਹੋਵੇ ਤਾਂ ਉਹਨੂੰ, ਕੋਈ ਅਸੂਲ ਪ੍ਰਸਤ ਬੰਦਾ ਹੋਵੇ ਤਾਂ ਉਹਨੂੰ ਸਮਝਾਓ, ਜਿਹੜਾ ਗੱਲ ਸਮਝਣਾ ਚਾਹੁੰਦਾ ਹੋਵੇ। ਜਿਹੜਾ ਬਹਿਸ ਕਰਦਾ ਹੋਵੇ ਨਾ, ਉਹਦੇ ਨਾਲ ਬਹਿਸ ਨਾ ਕਰੋ। ਮੈਂ ਬੜੀਆਂ ਬਹਿਸਾਂ ਪਹਿਲੇ ਕਰਦਾ ਹੁੰਦਾ ਸੀ, ਛੱਡ ਗਿਆ ਹੁਣ ਮੈਂ ਬਹਿਸਾਂ। ਉਹਨਾਂ ਨਾਲ ਬਹਿਸ ਨਾ ਕਰੋ, ਉਹਨੂੰ ਸਮਝਾਓ ਜਿਹਨੂੰ ਸਮਝ ਆ ਸਕਦੀ ਹੈ। ਦੂਸਰੇ ਨਾਲ ਗੱਲ ਹੀ ਨਾ ਕਰੋ। ਤੁਸੀਂ ਕਿਹਨਾਂ ਨੂੰ ਸਮਝਾਉਣ ਤੁਰੇ ਹੋ? ਉਹਨਾਂ ਦੇ ਦਿਲਾਂ 'ਤੇ ਮੋਹਰਾਂ ਲੱਗ ਗਈਆਂ, ਉਹਨਾਂ ਨੂੰ ਪਤਾ ਹੀ ਨਹੀਂ। ਜਿਹੜਾ ਮੌਲਾ ਅਲੀ ਨਾਲ ਜੰਗਾਂ ਕਰੇ, ਜਿਹੜਾ ਮੌਲਾ ਅਲੀ ਨੂੰ ਗਾਲਾਂ ਕੱਢੇ, ਉਹ ਤਾਂ ਉਹਨਾਂ ਨੂੰ ਪੀਰ ਮੁਰਸ਼ਦ ਮੰਨਦੇ ਨੇ। ਅਤੇ ਤੁਸੀਂ ਕਿਹਨੂੰ ਮਨਵਾਉਣ ਤੁਰੇ ਹੋ? ਤੁਸੀਂ ਕਿਹਨਾਂ ਨੂੰ ਜਵਾਬ ਦੇਣ ਤੁਰੇ ਹੋ? ਉਹਨਾਂ ਦੀਆਂ ਆਪਣੀਆਂ ਕਿਤਾਬਾਂ। ਹਾਂ, ਕੋਈ ਬੰਦਾ ਤੁਹਾਨੂੰ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਕਿਤਾਬਾਂ ਦੇ ਵਿੱਚੋਂ ਗੱਲ ਪੇਸ਼ ਕਰੇ ਤਾਂ ਉਹ ਤੁਹਾਡੀ ਮੰਨਣਾ ਮਜਬੂਰੀ ਬਣੇਗੀ, ਉਹ ਮੰਨਣੀ ਪਏਗੀ ਤੁਹਾਨੂੰ, ਕਿਉਂਕਿ ਉਹ ਫਰਮਾਨ ਮਾਸੂਮ ਦਾ ਹੈ, ਉਹ ਮੰਨਣਾ ਪਏਗਾ। ਲੇਕਿਨ ਜੇ ਕੋਈ ਕਵੇ ਕਿ ਜੀ ਸਾਡੀਆਂ ਕਿਤਾਬਾਂ 'ਚੋਂ ਮੰਨ ਲਓ ਆ ਕੇ, ਇਹ ਉਹ ਲੋਕ ਨੇ ਜਿਹੜੇ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਛੱਡ ਗਏ ਨੇ। ਇਹ ਉਹ ਲੋਕ ਨੇ ਜਿਹੜੇ ਯਜ਼ੀਦ ਨੂੰ ਜ਼ਿੰਦਾਬਾਦ ਕਹਿੰਦੇ ਨੇ। ਇਹ ਉਹ ਲੋਕ ਨੇ ਜਿਹੜੇ ਆਲੇ ਰਸੂਲ ਦੇ ਦੁਸ਼ਮਣਾਂ ਨੂੰ ਹੱਕ ਮੰਨਦੇ ਨੇ। ਉਹਨਾਂ ਦੀਆਂ ਗੱਲਾਂ ਦਾ ਕਿਹੜਾ ਜਵਾਬ ਦਿਓਗੇ? ਠੀਕ ਹੈ, ਉਹ ਤਾਂ ਸਿਰੇ ਤੋਂ ਮੁਸਲਮਾਨ ਹੀ ਨਹੀਂ। ਜਿਹੜਾ ਆਲੇ ਰਸੂਲ ਨੂੰ ਛੱਡ ਜਾਵੇ ਉਹ ਤਾਂ ਮੁਸਲਮਾਨ ਹੀ ਨਹੀਂ। ਜਿਹੜਾ ਮੌਲਾ ਅਲੀ ਨਾਲ ਜੰਗਾਂ ਕਰੇ ਉਹ ਤਾਂ ਮੁਸਲਮਾਨ ਹੀ ਨਹੀਂ। ਠੀਕ ਹੈ, ਅਤੇ ਤੁਸੀਂ ਉਹਨਾਂ ਨੂੰ ਜਵਾਬ ਦੇਣ ਤੁਰੇ ਹੋ। ਤੁਹਾਡੀ ਮਿਹਰਬਾਨੀ ਖਿਆਲ ਕਰੋ, ਐਵੇਂ ਨਾ ਬਹਿਸਾਂ ਕਰੋ ਅਤੇ ਆਪਣਾ ਦਿਮਾਗ ਖ਼ਰਾਬ ਕਰੋ ਉਹਨਾਂ ਲੋਕਾਂ ਨਾਲ। ਜਾਹਿਲ ਦੇ ਸਾਹਮਣੇ ਖਾਮੋਸ਼ੀ ਸਭ ਤੋਂ ਬਿਹਤਰ ਚੀਜ਼ ਹੁੰਦੀ ਹੈ। ਓਹੋ, ਬਾਕੀ ਯਾਰ ਕੋਈ ਗੈਰਤ ਪੈਦਾ ਕਰੋ। ਉਹ ਮੌਲਾ ਜਿਹੜਾ ਨਾ, ਮੌਲਾ ਉਹ ਸ਼ਾਹ ਮਰਦਾਂ ਹੈ, ਉਹ ਮਰਦਾਂ ਦਾ ਸ਼ਾਹ ਹੈ, ਉਹ ਬਗੈਰਤਾਂ ਦਾ ਸ਼ਾਹ ਨਹੀਂ ਹੈਗਾ। ਠੀਕ ਹੈ, ਉਹ ਮਰਦਾਂ ਦਾ ਸ਼ਾਹ ਹੈ। ਅਤੇ ਜਿਸ ਸ਼ਾਹ ਨੂੰ ਮੰਨਦੇ ਹੋ ਨਾ, ਉਹ ਸ਼ਾਹ ਮਰਦਾਂ ਹੈ। ਅਤੇ ਫਿਰ ਸ਼ਾਹ ਮਰਦਾਂ ਹੋਣ ਦਾ ਕੋਈ ਸਬੂਤ ਵੀ ਦਿਓ ਨਾ, ਤੁਸੀਂ ਉਹਨਾਂ ਦੇ ਮੰਨਣ ਵਾਲੇ ਹੋ। ਠੀਕ ਹੈ, ਕੋਈ ਆਪਣੇ ਆਪ ਦੇ ਵਿੱਚ ਨਾ ਕੋਈ ਗੈਰਤ ਨਾਂ ਦੀ ਸ਼ੈ ਪੈਦਾ ਕਰੋ, ਕਿਉਂਕਿ ਤੁਸੀਂ ਜਿਹਨਾਂ ਨੂੰ ਮੰਨਦੇ ਹੋ ਨਾ, ਉਹਨਾਂ ਤੋਂ ਸਾਰੇ ਹੀ ਡਰਦੇ ਨੇ। ਅੱਜ ਵੀ ਨਾਰਾ ਹੈਦਰੀ ਵੱਜਦਾ ਹੈ। ਅੱਜ ਵੀ ਅਗਰ ਯਹੂਦੀ ਕੀ ਕਹਿੰਦੇ ਨੇ, ਪੋਸਟਰ ਫੜ ਕੇ ਕਹਿੰਦੇ ਖੈਬਰ ਇਜ਼ ਨੋ ਮੋਰ, ਕਿ ਖੈਬਰ ਦੁਬਾਰਾ ਨਹੀਂ ਹੋਣੀ। ਉਹਨਾਂ ਨੇ ਖੈਬਰ ਦਾ ਨਾਂ ਹੀ ਲਿਆ ਹੈ, ਕਿਉਂਕਿ ਮੌਲਾ ਅਲੀ ਦਾ ਨਾਂ ਹੈ ਨਾ ਉੱਥੇ ਉਹਦੇ ਵਿੱਚ। ਅੱਜ ਵੀ ਨਾਰਾ ਹੈਦਰੀ ਵੱਜਦਾ ਜਿੱਥੇ ਵੱਜਦਾ, ਅਤੇ ਤੁਸੀਂ ਉਹਦੇ ਮੰਨਣ ਵਾਲੇ ਹੋ, ਤਾਂ ਤੁਸੀਂ ਇਹਨਾਂ ਪਿੱਛੇ ਰਹਿ ਗਏ ਹੋ। ਉਹ ਖਿਆਲ ਕਰੋ, ਉਹ ਗੈਰਤ ਪੈਦਾ ਕਰੋ ਆਪਣੇ ਆਪ ਦੇ ਵਿੱਚ, ਹੱਕ ਦੀ ਤਲਾਸ਼ ਕਰੋ। ਬਾਕੀ ਮੇਰਾ ਮਕਸਦ ਤੁਹਾਡੀ ਦਿਲ ਆਜ਼ਾਰੀ ਕਰਨਾ ਨਹੀਂ। ਮੇਰਾ ਮਕਸਦ ਇਹ ਕਿ ਮੈਨੂੰ ਦੁੱਖ ਹੁੰਦਾ ਜਦੋਂ ਤੁਹਾਡੇ ਖਿਲਾਫ ਕੋਈ ਲੋਕ ਆਇਆ ਗੱਲ ਕਰਦੇ ਨੇ ਨਾ। ਤੁਸੀਂ ਅੱਛੇ ਹੋ, ਲੇਕਿਨ ਕੋਸ਼ਿਸ਼ ਸਿਰਫ ਇੰਨੀ ਕਰੋ ਕਿ ਥੋੜ੍ਹਾ ਜਿਹਾ ਨਾ ਆਪਣੇ ਆਪ ਦੇ ਵਿੱਚ ਕੋਈ ਜ਼ਰਾ ਈਗੋ, ਅਨਾ, ਇਹ ਵੀ ਸਹੀ ਗੱਲ ਬੜੀ ਅੱਛੀ ਚੀਜ਼ ਹੁੰਦੀ ਹੈ, ਇਹਨੂੰ ਜ਼ਰਾ ਇਸਤੇਮਾਲ ਕਰੋ। ਬਾਕੀ ਹੁੱਬੇ ਅਲੀ ਰਹਿਮਤੁल्लाह, ਬੁग़ज़ ਅਲੀ ਲਾਨਤੁल्लाह।